Hello students, today we are going to start a new chapter, Hassan's attendance problem, written by Sudha Murthy of class 12 Punjab School Education Board। ਤਾਂ ਬਿਨਾਂ ਦੇਰੀ ਕਰਦੇ ਹੋਏ ਸਭ ਤੋਂ ਪਹਿਲੇ ਆਪਾਂ ਚੈਪਟਰ ਦੇ ਬਾਰੇ ਜਾਣ ਲੈਨੇ ਹਾਂ। ਮਿਸਿਸ ਸੁਧਾ ਮੂਰਤੀ ਇਜ਼ ਅ ਟੀਚਰ। ਮਿਸਿਸ ਸੁਧਾ ਮੂਰਤੀ ਇੱਕ ਟੀਚਰ ਸਨ, ਸੋਸ਼ਲ ਵਰਕਰ ਐਂਡ ਏ ਫਿਲੰਥ੍ਰੋਪਿਸਟ। ਫਿਲੰਥ੍ਰੋਪਿਸਟ ਮੀਨਸ ਇੱਕ ਬੈਨੀਵੋਲੈਂਟ, ਜੋ ਲੋਕਾਂ ਦੀ ਭਲਾਈ ਕਰਨ ਵਾਲੇ, ਇੱਕ ਕਾਈਂਡ ਔਰਤ ਜੋ ਹਰ ਇੱਕ ਦਾ ਭਲਾ ਕਰਦੇ ਸਨ। ਹਰ ਵਰਕ ਸਪੀਕਸ ਮੋਰ ਦੈਨ ਐਨੀ ਵਰਡਸ ਵਿਲ। ਉਹਨਾਂ ਦਾ ਕੰਮ ਸ਼ਬਦਾਂ ਨਾਲੋਂ ਬਹੁਤ ਜ਼ਿਆਦਾ ਵਰਣਨ ਕਰਦਾ ਹੈ। ਸ਼ੀ ਇਜ਼ ਦ ਸਪਾਊਸ। ਉਹ ਪਤਨੀ ਸਨ ਇੱਕ ਬਹੁਤ ਹੀ ਬਿਨਮਰ ਇਨਸਾਨ, ਮਿਸਟਰ ਨਾਰਾਇਣ ਮੂਰਤੀ, ਜੋ ਕਿ ਫਾਊਂਡਰ यानी कि संस्थापक सन इन्फोसिस ਦੇ। हर कंट्रीब्यूशन टूवर्ड्स फैमिली, कंपनी एंड वर्ल्ड इज इमेंस। ਉਹਨਾਂ ਦਾ ਯੋਗਦਾਨ ਪਰਿਵਾਰ ਦੇ ਪ੍ਰਤੀ, ਕੰਪਨੀ ਦੇ ਪ੍ਰਤੀ ਅਤੇ ਦੁਨੀਆ ਦੇ ਪ੍ਰਤੀ ਜੋ ਹੈ ਉਹ ਬਹੁਤ ਜ਼ਿਆਦਾ ਮਹੱਤਵਪੂਰਨ ਯੋਗਦਾਨ ਹੈ, ਬਹੁਤ ਜ਼ਿਆਦਾ ਮਹਾਨ ਯੋਗਦਾਨ ਹੈ। ਹਰ ਹੰਬਲਨੈਸ, ਉਹਨਾਂ ਦਾ ਵਿਨਮਰਪਨ, ਰਿਫਲੈਕਟਸ ਇਨ ਹਰ ਰਾਈਟਿੰਗ। ਆਪਾਂ ਲੇਖਿਕਾ ਦਾ ਯਾਨੀ ਕਿ ਸੁਧਾ ਮੂਰਤੀ ਜੀ ਦਾ ਹੰਬਲਨੈਸ, ਉਹਨਾਂ ਦੀ ਵਿਨਮਰਤਾ ਦੇਖ ਸਕਦੇ ਹੋ ਉਹਨਾਂ ਦੀ ਰਾਈਟਿੰਗਸ ਦੇ ਵਿੱਚ। ਹਸਨਸ ਅਟੈਂਡੈਂਸ ਪ੍ਰੋਬਲਮ ਡਿਸਕ੍ਰਾਈਬਸ ਦ ਕੌਨਸੀਕੁਐਂਸਿਸ। ਕੌਨਸੀਕੁਐਂਸਿਸ ਹੁੰਦਾ परिणाम, ਨਤੀਜਾ। ਤਾਂ ਹਸਨਸ ਅਟੈਂਡੈਂਸ ਪ੍ਰੋਬਲਮ ਡਿਸਕ੍ਰਾਈਬ ਕਰਦਾ ਹੈ ਕੌਨਸੀਕੁਐਂਸਿਸ ਨੂੰ ਆਫ ਨਾਟ ਟੇਕਿੰਗ ਥਿੰਗਸ ਸੀਰੀਅਸਲੀ। ਜਦੋਂ ਕੋਈ ਇਨਸਾਨ ਆਪਣੇ ਕੰਮ ਨੂੰ ਸੀਰੀਅਸਲੀ ਨਹੀਂ ਲੈਂਦਾ, ਉਸ ਦੇ ਕੀ परिणाम ਆਉਂਦੇ ਹਨ, ਇਸ ਚੈਪਟਰ ਦੇ ਵਿੱਚ ਉਸ ਬਾਰੇ ਦੱਸਿਆ ਗਿਆ ਹੈ। ਐਂਡ ਨਾਟ ਵਰਕਿੰਗ ਫॉर द ਸੇਕ ਆਫ ਨॉलेज। ਜਦੋਂ ਆਪਾਂ ਕੰਮ ਕਰੀਏ ਕਿਸ ਚੀਜ਼ ਵਾਸਤੇ, ਸੇਕ ਆਫ ਨॉलेज। ਨॉलेज ਪ੍ਰਾਪਤ ਕਰਨ ਵਾਸਤੇ ਆਪਾਂ ਕੰਮ ਨਹੀਂ ਕਰ ਰਹੇ, ਆਪਾਂ ਕੰਮ ਕਿਸ ਵਾਸਤੇ ਕਰ ਰਹੇ ਹਾਂ, ਓਨਲੀ ਵਰਕਿੰਗ ਫॉर ਮਾਰਕਸ ਔਰ ਮਨੀ ਵਿਲ ਲੀਡ ਵਨ ਨੋਵੇਅਰ। ਕੰਮ ਕਰਨਾ ਸਿਰਫ ਪੈਸੇ ਦੇ ਲਈ ਜਾਂ ਪੜ੍ਹਾਈ ਕਰਨਾ ਸਿਰਫ ਮਾਰਕਸ ਦੇ ਲਈ ਵਿਲ ਲੀਡ ਵਨ ਨੋਵੇਅਰ, ਉਹ ਇੱਕ ਬੰਦੇ ਨੂੰ ਕਿਤੇ ਵੀ ਜ਼ਿੰਦਗੀ ਦੇ ਵਿੱਚ ਨਹੀਂ ਲੈ ਕੇ ਜਾਂਦੀ। ਸ਼ੀ ਐਕਸਪਲੇਨਸ ਇਟ ਵਿਦ ਕੁਇਟੈਂਸ਼ੀਅਲਸ ਐਗਜ਼ਾਮਪਲ। ਕੁਇਟੈਂਸ਼ੀਅਲ ਹੁੰਦਾ ਬੇਟਾ ਪਰਫੈਕਟ, ਤਾਂ ਉਹ ਇੱਕ ਪਰਫੈਕਟ ਐਗਜ਼ਾਮਪਲ ਦਿੰਦੇ ਨੇ ਕਿਸ ਦੀ, ਆਫ ਹਰ ਸਟੂਡੈਂਟ, ਆਪਦੇ ਇੱਕ ਸਟੂਡੈਂਟ ਦੀ ਜਿਸ ਦਾ ਨਾਮ ਹੈ ਹਸਨ, ਹੂ ਯੂਜ਼ ਟੂ ਬੰਕ। ਬੰਕ ਮਤਲਬ ਅਕਸਰ ਐਬਸੈਂਟ ਰਹਿਣਾ। ਇ ਲੋਟ ਆਫ ਹਰ ਕਲਾਸਿਸ, ਜੋ ਉਸਦੀਆਂ ਕਲਾਸਿਸ ਦੇ ਵਿੱਚ ਅਕਸਰ ਹੀ ਐਬਸੈਂਟ ਰਹਿੰਦਾ ਸੀ। ਫॉर ਮੈਨੀ ਈਅਰਸ ਨਾਓ, ਪਿਛਲੇ ਕਈ ਸਾਲਾਂ ਤੋਂ, I have been teaching computer science to students studying for their ਮਾਸਟਰਸ ਇੱਕ ਡਿਗਰੀ ਹੈ ਇਨ ਕੰਪਿਊਟਰ ਐਪਲੀਕੇਸ਼ਨ ਐਟ ਏ ਕਾਲਜ ਇਨ ਬੈਂਗਲੌਰ। ਤਾਂ ਪਿਛਲੇ ਕਈ ਸਾਲਾਂ ਤੋਂ ਲੇਖਿਕਾ ਦੱਸ ਰਹੀ ਹੈ ਵੀ ਮੈਂ ਬੈਂਗਲੌਰ ਦੇ ਕਾਲਜ ਦੇ ਵਿੱਚ ਆਪਦੇ ਵਿਦਿਆਰਥੀਆਂ ਨੂੰ ਕੰਪਿਊਟਰ ਵਿਸ਼ਾ ਪੜ੍ਹਾ ਰਹੀ ਹਾਂ, ਜੋ ਕਿ ਮਾਸਟਰਸ ਇਨ ਕੰਪਿਊਟਰ ਐਪਲੀਕੇਸ਼ਨ ਕਰ ਰਹੇ ਸਨ। ਆਈ ਹੈਵ ਇੰਟਰੈਕਟਿਡ ਵਿਦ ਮੈਨੀ ਸਟੂਡੈਂਟਸ। ਮੇਰੀ ਬਹੁਤ ਸਾਰੇ ਸਟੂਡੈਂਟਸ ਦੇ ਨਾਲ ਇੰਟਰੈਕਸ਼ਨ ਹੁੰਦੀ ਸੀ, ਗੱਲਬਾਤ ਹੁੰਦੀ ਸੀ। ਐਂਡ ਦੋ ਇਟ ਇਜ਼ ਨਾਟ ਪੋਸੀਬਲ ਟੂ ਰਿਮੈਂਬਰ ਆਲ ਆਫ them ਨਾਓ, ਲੇਕਿਨ ਪੋਸੀਬਲ ਨਹੀਂ ਸੀਗਾ ਹਰ ਇੱਕ ਪਰਸਨ ਨੂੰ ਯਾਦ ਰੱਖ ਪਾਣਾ। The memories of some are etched। etched ਹੁੰਦਾ ਹੈ strongly impression, ਕੋਈ ਕਿਸੇ ਇੱਕ ਪਰਸਨ ਦਾ ਬਹੁਤ ਸਟਰੋਂਗ ਇੰਪ੍ਰੈਸ਼ਨ ਹੋਣਾ ਉੱਪਰ ਆਪਣੇ। ਤਾਂ memories of some are etched in my head। ਉਹ ਕਹਿੰਦੇ ਕੁਝ ਸਟੂਡੈਂਟ ਇਦਾਂ ਦੇ ਹੁੰਦੇ ਹਨ ਜਿਨ੍ਹਾਂ ਦਾ ਪ੍ਰਭਾਵ, ਜਿਨ੍ਹਾਂ ਦੀਆਂ ਗੱਲਾਂ, ਜਿਨ੍ਹਾਂ ਦੇ ਹਾਵ ਭਾਵ ਆਪਣੇ ਮਨ ਦੇ ਉੱਪਰ ਛਾ ਜਾਂਦੇ ਹਨ। that is not because they are all brilliant। ਇਹ ਉਸ ਕਰਕੇ ਨਹੀਂ ਸੀ ਵੀ ਉਹ ਸਾਰੇ ਦੇ ਸਾਰੇ ਬ੍ਰਿਲੀਅੰਟ ਸਨ, but rather because something in them was very different from the others। ਇਹ ਉਸ ਚੀਜ਼ ਕਰਕੇ ਵੀ ਸੀਗਾ ਕਿਉਂਕਿ ਉਹ ਉਹਨਾਂ ਦੇ ਵਿੱਚ ਕੋਈ ਨਾ ਕੋਈ ਇੱਕ ਅਜਿਹਾ ਗੁਣ ਹੁੰਦਾ ਸੀ ਜੋ ਉਹਨਾਂ ਨੂੰ ਦੂਸਰਿਆਂ ਨਾਲੋਂ ਵੱਖਰਾ ਕਰਦਾ ਸੀ। ਇਨ ਮਾਈ ਫਸਟ ਬੈਚ, ਮੇਰੇ ਪਹਿਲੇ ਬੈਚ ਦੇ ਵਿੱਚ, देयर वाज अ वेरी ब्राइट बॉय कॉल्ड हसन। ਇੱਕ ਲੜਕਾ ਹੈ ਹਸਨ, ਹੀ ਇਜ਼ ਦ ਮੇਨ ਕੈਰੈਕਟਰ ਆਫ ਦ ਸਟੋਰੀ। ਹੀ ਵਾਸ ਟਾਲ, ਲੰਬਾ ਸੀ, ਹੈਂਡਸਮ ਸੀ ਐਂਡ ਵੈਰੀ ਗੁੱਡ ਮੈਮਰੀ। ਉਸਦੀ ਮੈਮਰੀ ਜਿਹੜੀ ਸੀ ਉਹ ਬਹੁਤ, ਯਾਦਦਾਸ਼ਤ ਜਿਹੜੀ ਸੀ ਬਹੁਤ ਸ਼ਾਰਪ ਸੀ। ਹੀ ਕੇਮ ਫਰੋਮ ਐਨ ਐਫੂਲੈਂਟ ਫੈਮਿਲੀ। ਐਫੂਲੈਂਟ ਹੁੰਦਾ ਰਿਚ, ਰਿਚ ਜਾਂ ਵੈਲਦੀ। ਉਹ ਇੱਕ ਬਹੁਤ ਅਮੀਰ ਘਰਾਣੇ ਤੋਂ ਸੰਬੰਧ ਰੱਖਦਾ ਸੀ। ਵੇਅਰ ਹੀ ਵਾਸ ਦ ਓਨਲੀ ਸਨ, ਜਿੱਥੇ ਕਿ ਉਹ ਘਰ ਦੇ ਵਿੱਚ ਇਕੱਲਾ ਇਕੱਲਾ ਹੀ ਮੁੰਡਾ ਸੀ। ਇਨੀਸ਼ੀਅਲੀ, ਸ਼ੁਰੂਆਤੀ, I did not come to know of his existence at all। ਸ਼ੁਰੂ ਦੇ ਵਿੱਚ ਕਦੇ ਵੀ ਸੁਧਾ ਮੂਰਤੀ ਨੂੰ ਪਤਾ ਹੀ ਨਹੀਂ ਚੱਲਿਆ ਵੀ ਉਹ ਉਸਦੀ ਕਲਾਸ ਦਾ ਇੱਕ ਸਟੂਡੈਂਟ ਹੈ। ਮੇਨਲੀ ਬਿਕੋਜ਼ ਹੀ ਵਾਸ ਹਾਰਡਲੀ ਐਵਰ ਪ੍ਰੈਜ਼ੈਂਟ, ਕਿਉਂਕਿ ਉਹ ਬਹੁਤ ਘੱਟ ਪ੍ਰੈਜ਼ੈਂਟ ਰਹਿੰਦਾ ਸੀ, ਉਹ ਕਲਾਸ ਦੇ ਵਿੱਚ ਆਉਂਦਾ ਹੀ ਨਹੀਂ ਸੀ। I normally take the first class of the day। ਤਾਂ ਸੁਧਾ ਮੂਰਤੀ ਜੀ ਦੱਸ ਰਹੇ ਨੇ ਵੀ ਉਹ ਜਨਰਲੀ ਦਿਨ ਦੀ ਪਹਿਲੀ ਕਲਾਸ ਜਿਹੜੀ ਹੈ ਉਹ ਲੈਂਦੇ ਸੀ, ਵਿਚ ਇਜ਼ ਸ਼ਡਿਊਲ ਐਟ 9, ਜੋ ਕਿ ਸ਼ਡਿਊਲ ਸੀ, ਸਵੇਰੇ ਲੱਗਦੀ ਸੀ, ਕਦੋਂ, 9 AM ਹੁੰਦੀ ਸੀ ਜ਼ਿਆਦਾਤਰ, ਔਰ 1 ਆਫਟਰ ਦੈਟ ਐਟ 10 AM, ਜਾਂ ਸੈਕੰਡ ਪੀਰੀਅਡ
9 ਤੋਂ ਬਾਅਦ ਵਾਲਾ ਯਾਨੀ ਕਿ ਸਵੇਰੇ 10 ਵਜੇ। ਆਈ ਪ੍ਰੈਫਰ ਦਿਸ ਟਾਈਮ, ਤਾਂ ਸੁਧਾ ਮੂਰਤੀ ਦੱਸ ਰਹੇ ਨੇ ਵੀ ਮੈਂ ਪ੍ਰੈਫਰ ਕਰਦੀ ਸੀ ਇਸ ਟਾਈਮ ਨੂੰ, ਐਸ ਦਿਸ ਇਜ਼ ਵੈਨ ਸਟੂਡੈਂਟਸ ਆਰ ਫਰੈਸ਼, ਕਿਉਂਕਿ ਸਵੇਰੇ ਸਵੇਰੇ ਜਿਹੜਾ ਆਪਣਾ ਮਾਈਂਡ ਜਿਹੜਾ ਫਰੈਸ਼ ਹੁੰਦਾ, ਸਟੂਡੈਂਟਸ ਫਰੈਸ਼ ਹੁੰਦੇ ਨੇ, ਤਾਂ ਉਸ ਟਾਈਮ ਉਹਨਾਂ ਨੂੰ ਪੜਾਉਣਾ ਬਹੁਤ ਜ਼ਿਆਦਾ ਵਧੀਆ ਹੁੰਦਾ ਸੀ, ਐਂਡ ਅਟੈਂਟਿਵ, ਤੇ ਉਹ ਸੁਚੇਤ ਵੀ ਹੁੰਦੇ ਸੀ। once in a while ਹਸਨ would turn up, ਉਹ ਕਹਿੰਦੇ ਕਦੇ ਕਦਾਈ, once in a while mean ਕਦੇ ਕਦਾਈ ਹਸਨ ਜਿਹੜਾ ਸੀ ਉਹ ਕਲਾਸ ਦੇ ਵਿੱਚ ਪ੍ਰੈਜ਼ੈਂਟ ਹੁੰਦਾ ਸੀ, ਪਾਰਟਿਕੂਲਰਲੀ ਖਾਸ ਤੌਰ ਤੋਂ if there was a class test, ਜਾਂ ਤਾਂ ਕੋਈ ਕਲਾਸ ਟੈਸਟ ਹੁੰਦਾ ਡਿਊਰਿੰਗ ਜਾਂ ਔਰ ਡਿਊਰਿੰਗ ਐਗਜ਼ਾਮੀਨੇਸ਼ਨ, ਜਾਂ ਕਦੇ ਐਗਜ਼ਾਮ ਆਂਦੇ ਤਾਂ। I met him more often for attendance shortage, ਤਾਂ ਉਹ ਕਹਿੰਦੇ ਵੀ ਮੈਂ ਉਸ ਨੂੰ ਅਕਸਰ ਮਿਲਦੀ ਸੀ, ਮੇਰੀ ਮੁਲਾਕਾਤ ਉਸ ਦੇ ਨਾਲ ਅਕਸਰ ਹੁੰਦੀ ਸੀ, ਕਦੋਂ ਹੁੰਦੀ ਸੀ? ਅਟੈਂਡੈਂਸ ਸ਼ਾਰਟੇਜ ਦੇ ਮੁੱਦੇ ਦੇ ਮੀਟਿੰਗ ਹੁੰਦੀ ਸੀ ਸਾਡੀ। ਹੀ ਵੁੱਡ ਬੈਕ ਫॉर ਅਟੈਂਡੈਂਸ, ਤਾਂ ਉਹ ਅਕਸਰ ਹੀ ਜਿਹੜਾ ਹੈ ਉਹ ਮੇਰੇ ਤੋਂ ਹਾਜ਼ਰੀ ਆਪਦੀ ਪੂਰੀ ਕਰਵਾਉਣ ਲਈ ਮੈਨੂੰ ਮਿਲਦਾ ਸੀ, ਬੈਕ ਕਰਦਾ ਸੀਗਾ, ਮੇਰੀ ਮਿਹਨਤਾਂ ਕੱਢਦਾ ਸੀ। ਇਨ ਸੱਚ ਅ ਮੈਨਰ, ਇਸ ਤਰੀਕੇ ਨਾਲ that it was very difficult for me to say no, ਇਸ ਤਰੀਕੇ ਨਾਲ ਉਸਨੇ ਅਟੈਂਡੈਂਸ ਪੂਰੀ ਕਰਨ ਲਈ ਕਹਿਣਾ ਵੀ ਮੇਰੇ ਵਾਸਤੇ ਵੀ ਉਸ ਨੂੰ ਨਾ ਨਹੀਂ ਕੀਤੀ ਜਾਂਦੀ ਸੀ। ਸਮਟਾਈਮਸ ਆਈ ਵੁੱਡ ਗੈਟ ਅਪਸੈਟ, ਕਈ ਵਾਰ ਮੈਂ ਇੰਨੀ ਕੁ ਜ਼ਿਆਦਾ ਅਪਸੈਟ ਹੋ ਜਾਂਦੀ, ਐਂਡ ਟੈਲ ਹਿਮ, ਤੇ ਮੈਂ ਉਸ ਨੂੰ ਕੀ ਕਹਿੰਦੀ, ਜਵਾਬ ਦੇ ਦਿੰਦੀ, ਨੋ ਆਈ ਕੈਨ ਨਾਟ ਗਿਵ ਯੂ ਅਟੈਂਡੈਂਸ, ਮੈਂ ਤੈਨੂੰ ਅਟੈਂਡੈਂਸ ਤੇਰੀ ਸ਼ਾਰਟੇਜ ਜਿਹੜੀ ਹੈ ਉਹ ਕੰਪਲੀਟ ਨਹੀਂ ਕਰ ਸਕਦੀ। देयर शुड बी डिसिप्लिन, क्योंकि डिसिप्लिन ਜਿਹੜਾ ਹੈ ਉਹ ਸਭ ਤੋਂ ਉੱਪਰ ਹੈ, डिसिप्लिन ਨੂੰ ਆਪਾਂ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਫਿਰ ਉਸਨੇ ਅੱਗੋਂ ਕੀ ਕਹਿਣਾ, ਯੈਸ ਮੈਡਮ, ਹੀ ਵੁੱਡ ਰਿਪਲਾਈ ਅਪੋਲੋਜੈਟਿਕਲੀ, ਅਪੋਲੋਜੈਟਿਕਲੀ ਮਾਫੀ ਮੰਗਦੇ ਹੋਏ। ਤਾਂ ਫਿਰ ਉਸਨੇ ਮਾਫੀ ਮੰਗਦੇ ਹੋਏ ਕੀ ਕਹਿਣਾ, ਪਾਰਡਨ ਮੀ ਟੀਚਰ, ਮੈਨੂੰ ਮਾਫ ਕਰ ਦਿਓ, ਫਰੋਮ ਦਾ ਨੈਕਸਟ ਸਮੈਸਟਰ ਔਨਵਰਡ, ਅਗਲੇ ਸਮੈਸਟਰ ਤੋਂ ਆਈ ਵਿਲ ਡੈਫੀਨੇਟਲੀ ਅਟੈਂਡ ਯੂਅਰ ਕਲਾਸ, ਮੈਂ ਤੁਹਾਡੀ ਕਲਾਸ ਨੂੰ ਜ਼ਰੂਰ ਅਟੈਂਡ ਕਰਾਂਗਾ। ਕੈਨ ਯੂ ਨਾਟ ਪਾਰਡਨ ਮੀ ਦਿਸ ਟਾਈਮ, ਕੀ ਤੁਸੀਂ ਮੈਨੂੰ ਇਸ ਵਾਰ ਮਾਫ ਨਹੀਂ ਕਰ ਸਕਦੇ? टू err is human, बहुत ਵਧੀਆ ਲਾਈਨ ਹੈ। ਗਲਤੀ ਕਰਨਾ ਇਨਸਾਨ ਦਾ ਸੁਭਾਅ ਹੈ। टू forgive it is divine, ਤੇ ਉਸ ਗਲਤੀ ਨੂੰ ਮਾਫ ਕਰਨਾ ਇੱਕ ਦੇਵੀ ਗੁਣ ਹੈ, ਦੇਵਤਾਵਾਂ ਦਾ ਕੰਮ ਹੈ। you have only taught us this, ਤੇ ਇਹੀ ਗੱਲ ਤੁਸੀਂ ਸਾਨੂੰ ਅੱਜ ਤੱਕ ਸਿਖਾਈ ਹੈ। I could not remain angry for long, ਮੈਂ ਜ਼ਿਆਦਾ ਸਮੇਂ ਤੱਕ ਗੁੱਸੇ ਵਿੱਚ ਨਹੀਂ ਰਹਿ ਪਾਉਂਦੀ। Teachers do not get upset with students who are not regular, ਇੱਕ ਟੀਚਰ ਦਾ ਇਹ ਗੁਣ ਹੁੰਦਾ ਹੈ, ਉਹ ਕਦੇ ਆਪਦੇ ਸਟੂਡੈਂਟਸ ਨਾਲ ਗੁੱਸੇ ਨਹੀਂ ਰਹਿ ਪਾਉਂਦੇ, ਖਾਸ ਤੌਰ ਤੋਂ ਸਟੂਡੈਂਟਸ ਜਿਹੜੇ ਰੈਗੂਲਰ ਨਾ ਹੋਣ। But if the attendance shortage affects their appearance in the final examination, one tends to melt like snow against the sun, ਲੇਕਿਨ ਜੇਕਰ ਇੱਕ ਬੱਚੇ ਦੀ ਅਟੈਂਡੈਂਸ ਸ਼ਾਰਟੇਜ ਕਾਰਨ ਉਸਦੀ ਅਪੀਅਰੈਂਸ ਫਾਈਨਲ ਐਗਜ਼ਾਮੀਨੇਸ਼ਨ ਵਿੱਚ ਨਾ ਹੋ ਪਾਉਂਦੀ ਹੋਵੇ, ਤਾਂ ਇੱਕ ਟੀਚਰ ਜਿਹੜਾ ਹੁੰਦਾ ਹੈ ਉਹ ਮੈਲਟ ਹੋ ਜਾਂਦਾ ਹੈ ਲਾਈਕ ਅ ਸਨੋ ਅਗੇਂਸਟ ਦ ਸਨ, ਜਿੱਦਾਂ ਧੁੱਪ ਦੇ ਵਿੱਚ ਪਈ ਹੋਈ ਬਰਫ਼ ਪਿਘਲ ਜਾਂਦੀ ਹੈ, ਇਸੇ ਤਰ੍ਹਾਂ ਟੀਚਰ ਵੀ ਆਪਦੇ ਬੱਚੇ ਦਾ ਕਦੇ ਨੁਕਸਾਨ ਨਹੀਂ ਚਾਹੁੰਦਾ, ਤੇ ਉਹ ਇੱਕ ਬਰਫ਼ ਦੇ ਵਾਂਗ ਪਿਘਲ ਕੇ ਉਸਨੂੰ ਉਸਦੀ ਅਟੈਂਡੈਂਸ ਨੂੰ ਜੋ ਹੈ ਉਹ ਪੂਰਾ ਕਰ ਦਿੰਦਾ ਹੈ। A good teacher will always wish for the best for her student, ਬਹੁਤ ਵਧੀਆ ਲਾਈਨ ਹੈ। ਇੱਕ ਚੰਗਾ ਅਧਿਆਪਕ ਜਿਹੜਾ ਹੈ ਹਮੇਸ਼ਾ ਆਪਦੇ ਬੱਚਿਆਂ ਦਾ ਬੈਸਟ ਸੋਚਦਾ ਹੈ, ਦੋ ਭਾਵੇਂ। I do not agree discipline is very important too, ਉਹ ਕਹਿੰਦਾ ਭਾਵੇਂ ਮੈਂ ਮੰਨਦੀ ਹਾਂ ਕਿ ਅਨੁਸ਼ਾਸਨ ਵੀ ਬਹੁਤ ਜ਼ਰੂਰੀ ਹੈ, ਇਟ ਇਜ਼ ਆਲਸੋ ਵੈਰੀ ਇੰਪੋਰਟੈਂਟ, ਲੇਕਿਨ ਟੀਚਰ ਫਿਰ ਵੀ ਬਹੁਤ ਉਸ ਚੀਜ਼ ਨੂੰ ਛੱਡ ਕੇ ਵੀ ਆਪਦੇ ਬੱਚਿਆਂ ਦਾ ਭਲਾ ਕਰਦਾ ਹੈ। ਐਜ਼ ਹੀ ਵਾਸ ਵੈਰੀ ਬ੍ਰਾਈਟ, ਜਿਵੇਂ ਕਿ ਹਸਨ ਬਹੁਤ ਜ਼ਿਆਦਾ ਬੁੱਧੀਮਾਨ ਸੀ, ਵੁੱਡ ਇਨਵੈਰੀਏਬਲੀ ਗੈਟ ਅ ਫਸਟ ਕਲਾਸ ਇਨ ਦ ਐਗਜ਼ਾਮ, ਤਾਂ ਹਸਨ ਜਿਹੜਾ ਸੀ ਇੱਕ ਬ੍ਰਾਈਟ ਸਟੂਡੈਂਟ ਸੀਗਾ, ਤਾਂ ਉਹ ਹਮੇਸ਼ਾ ਹੀ ਪਹਿਲੇ ਦਰਜੇ ਦੇ ਵਿੱਚ ਫਸਟ ਕਲਾਸ ਦੇ ਵਿੱਚ ਜਿਹੜਾ ਹੈ ਉਹ ਐਗਜ਼ਾਮ ਦੇ ਵਿੱਚੋਂ ਪਾਸ ਹੁੰਦਾ ਸੀ। However, before the exam started, every semester this drama would with Hassan would be repeated, ਲੇਕਿਨ ਹਰ ਐਗਜ਼ਾਮ ਤੋਂ ਪਹਿਲੇ ਸੇਮ ਡਰਾਮਾ ਹਰ ਸਮੈਸਟਰ ਤੋਂ ਪਹਿਲੇ ਜਿਹੜਾ ਸੀ ਹਸਨ ਵੱਲੋਂ ਇਹ ਡਰਾਮਾ ਰਿਪੀਟ ਕੀਤਾ ਜਾਂਦਾ ਸੀ। I would get upset, ਮੈਂ ਜਿਹੜਾ ਸੀ ਉਹ ਸੁਧਾ ਮੂਰਤੀ ਦੱਸ ਰਹੇ ਨੇ ਵੀ ਮੈਂ ਅਪਸੈਟ ਹੋ ਜਾਣਾ, ਥ੍ਰੈਟਨ ਉਸ ਨੂੰ ਡਰਾਵਾ ਦੇਣਾ, ਐਂਡ ਅਲਟੀਮੇਟਲੀ ਗਿਵ ਇਨ, ਤੇ ਆਖਰਕਾਰ ਮੈਂ ਮੰਨ ਵੀ ਜਾਂਦੀ। Each time Hassan would promise to improve his attendance record, ਹਰ ਵਾਰ ਹਸਨ ਇਹ ਪ੍ਰੋਮਿਸ ਕਰਦਾ ਵੀ ਉਹ ਆਪਦੀ ਅਟੈਂਡੈਂਸ ਜਿਹੜੀ ਹੈ ਉਹ ਨੈਕਸਟ ਟਾਈਮ ਤੋਂ ਪੂਰੀ ਰੱਖੇਗਾ। ਐਂਡ ਫॉर 1 week would attend all classes, ਤੇ ਉਹ ਨੈਕਸਟ ਇੱਕ ਹਫਤੇ ਤੱਕ ਮੇਰੀਆਂ ਸਾਰੀਆਂ ਕਲਾਸਿਸ ਨੂੰ ਅਟੈਂਡ ਕਰਦਾ। Then the same story would follow, ਫਿਰ ਉਸ ਤੋਂ ਬਾਅਦ ਫਿਰ ਉਹੀ ਪੁਰਾਣੀ ਕਹਾਣੀ ਜਿਹੜੀ ਸੀ ਸਟਾਰਟ ਹੋ ਜਾਂਦੀ। Each time he had a different reason for his absence, ਤੇ ਹਰ ਵਾਰ ਉਸਦੇ ਕੋਲ ਆਪਦੀ ਐਬਸੈਂਸ ਦਾ ਇੱਕ ਨਵਾਂ ਹੀ ਕਾਰਨ ਹੁੰਦਾ। Unfortunately, ਤੇ ਬਦਕਿਸਮਤੀ ਦੇ ਨਾਲ they always seem genuine to me, ਤਾਂ ਸੁਧਾ ਮੂਰਤੀ ਕਹਿ ਰਹੇ ਨੇ ਹਰ ਵਾਰ ਜਦੋਂ ਉਸਨੇ ਨਵਾਂ ਬਹਾਨਾ ਮਾਰਨਾ ਤਾਂ ਮੈਨੂੰ ਇਹੀ ਲੱਗਣਾ ਵੀ ਉਸਦਾ ਜਿਹੜਾ ਰੀਜ਼ਨ ਹੈ ਉਹ ਜੈਨੂਇਨ ਹੈ। Once I got tired of his stories,
ਇੱਕ ਵਾਰ ਮੈਂ ਉਸ ਦੀਆਂ ਕਹਾਣੀਆਂ ਤੋਂ ਬਹੁਤ ਤੰਗ ਆ ਗਈ ਐਂਡ ਕਾਲਡ ਹਿਸ ਪੇਰੈਂਟਸ, ਤੇ ਉਸਦੇ ਪੇਰੈਂਟਸ ਨੂੰ ਬੁਲਾਇਆ। ਯੂਅਰ ਸਨ ਇਜ਼ ਏ ਬ੍ਰਾਈਟ ਬॉय, ਤਾਂ ਮੈਂ ਉਸਦੇ ਪੇਰੈਂਟਸ ਨੂੰ ਬੁਲਾ ਕੇ ਕੀ ਕਿਹਾ, ਯੂਅਰ ਸਨ, ਤੁਹਾਡਾ ਬੇਟਾ ਜਿਹੜਾ ਹੈ ਇੱਕ ਬਹੁਤ ਬ੍ਰਾਈਟ ਬॉय ਹੈ, ਹੀ ਇਜ਼ ਨਾਟ ਐਰੋਗੈਂਟ, ਉਹ ਕਮੰਡੀ ਨਹੀਂ ਹੈ, ਬਟ ਹੀ ਇਜ਼ ਇਨਡਿਸਿਪਲਿਨਡ, ਲੇਕਿਨ ਉਹ ਇਨਡਿਸਿਪਲਿਨਡ ਹੈ, ਉਹ ਡਿਸਿਪਲਿਨ ਦੇ ਵਿੱਚ ਨਹੀਂ ਰਹਿੰਦਾ। ਇਫ ਓਨਲੀ ਹੀ ਕੇਮ ਟੂ ਕਲਾਸ ਰੈਗੂਲਰਲੀ ਐਂਡ ਅਟੈਂਡ ਦ ਲੈਬ, ਆਈ ਐਮ ਸ਼ੋਰ ਹੀ ਕੈਨ ਗੈਟ ਅ ਰੈਂਕ। ਤਾਂ ਮੈਂ ਉਸਦੇ ਪੇਰੈਂਟਸ ਨੂੰ ਕਿਹਾ, ਅਗਰ ਉਹ ਮੇਰੀ ਕਲਾਸ ਦੇ ਵਿੱਚ ਰੈਗੂਲਰ ਆਵੇ, ਅਟੈਂਡ ਕਰੇ ਲੈਬ ਨੂੰ, ਤਾਂ ਆਈ ਐਮ ਸ਼ੋਰ, ਮੈਂ ਮੇਰੇ ਵੱਲੋਂ ਪੱਕਾ ਹੈ ਵੀ ਉਹ ਬਹੁਤ ਵਧੀਆ ਰੈਂਕ ਲੈ ਕੇ ਪਾਸ ਹੋਏਗਾ। ਆਈ ਹੈਵ ਫੇਲ ਟੂ ਕਨਵਿੰਸ ਹਿਮ, ਤਾਂ ਮੈਂ ਉਸਦੇ ਪੇਰੈਂਟਸ ਨੂੰ ਇਹ ਵੀ ਦੱਸਿਆ ਵੀ ਮੈਂ ਉਸ ਨੂੰ ਇਹ ਗੱਲ ਮਨਾਉਣ ਦੇ ਵਿੱਚ ਅਸਫਲ ਰਹੀ, ਕਨਵਿੰਸ ਨਹੀਂ ਕਰ ਪਾਈ। ਆਈ ਵਿਲ ਬੀ ਹੈਪੀ ਇਫ ਯੂ ਕੁਡ ਲੁੱਕ ਇਨਟੂ ਦਾ ਮੈਟਰ, ਮੈਂ ਬਹੁਤ ਖੁਸ਼ ਹੋਵਾਂਗੀ ਜੇ ਤੁਸੀਂ ਇਸ ਮੈਟਰ ਦੇ ਵਿੱਚ ਧਿਆਨ ਦਿਓ, ਇਸ ਮੁੱਦੇ ਦੇ ਵਿੱਚ ਧਿਆਨ ਦਿਓ, ਮੋਰ ਸੀਰੀਅਸਲੀ, ਜ਼ਿਆਦਾ ਧਿਆਨ ਦਿੰਦੇ ਹੋਏ, ਬਿਕੋਜ਼ ਦਿਸ ਇਜ਼ ਗੋਇੰਗ ਟੂ ਅਫੈਕਟ ਹਿਸ ਲਾਈਫ, ਕਿਉਂਕਿ ਹਸਨ ਦੀ ਜਿਹੜੀ ਇਹ ਪ੍ਰੋਬਲਮ ਹੈ ਉਹ ਉਸਦੀ ਸਾਰੀ ਜ਼ਿੰਦਗੀ ਨੂੰ ਅਫੈਕਟ ਕਰ ਰਹੀ ਸੀ। ਆਈ ਸੈਡ ਟੂ them, ਇਹ ਗੱਲ ਮੈਂ ਉਹਨਾਂ ਦੇ ਪੇਰੈਂਟਸ ਨੂੰ ਕਹੀ। ਹਸਨ's father was a busy man, ਹਸਨ ਦੇ ਪਿਤਾ ਜੀ ਜਿਹੜੇ ਸਨ ਇੱਕ ਬਿਜ਼ੀ ਮੈਨ ਸਨ, ਐਂਡ ਡਿਡ ਨੋਟ ਟੇਕ ਮਾਈ ਵਰਡਸ ਵੈਰੀ ਸੀਰੀਅਸਲੀ, ਤੇ ਉਹਨਾਂ ਨੇ ਮੇਰੇ ਸ਼ਬਦਾਂ ਨੂੰ ਸੀਰੀਅਸਲੀ ਨਹੀਂ ਲਿਆ। ਹੀ ਸੈਡ ਐਜ਼ ਲੌਂਗ ਐਜ਼ ਹੀ ਡਜ਼ ਵੈਲ ਦੈਟ ਇਜ਼ ਫਾਈਨ, ਤਾਂ ਬਹੁਤ ਉਹਨਾਂ ਨੇ ਇੱਕ ਸਖਤ ਡਿਸੀਜਨ ਲਿਆ। ਉਹਨਾਂ ਨੇ ਕਿਹਾ ਜਦੋਂ ਤੱਕ ਉਹ ਠੀਕ ਢੰਗ ਨਾਲ ਪੜ੍ਹਾਈ ਕਰਦਾ ਹੈ, ਦੈਟ ਇਜ਼ ਫਾਈਨ ਵਿਦ ਮੀ, ਬਿਕੋਜ਼ ਆਫਟਰ ਅ ਸਰਟਨ ਏਜ, ਕਿਉਂਕਿ ਇੱਕ ਵਿਸ਼ੇਸ਼ ਉਮਰ ਤੋਂ ਬਾਅਦ ਚਿਲਡਰਨ ਡੂ ਨਾਟ ਲਿਸਨ ਟੂ देयर ਪੇਰੈਂਟਸ, ਬੱਚੇ ਆਪਦੇ ਮਾਤਾ ਪਿਤਾ ਦੀ ਗੱਲ ਸੁਣਨਾ ਬੰਦ ਕਰ ਦਿੰਦੇ ਨੇ। ਓਨਲੀ ਲਾਈਫ ਟੀਚ them, ਤਾਂ ਬੜੀ ਵੱਡੀ ਗੱਲ ਉਹਨਾਂ ਨੇ ਕਹਿਤੀ, ਜਦੋਂ ਬੱਚੇ ਆਪਦੇ ਮਾਤਾ ਪਿਤਾ ਦੀ ਗੱਲ ਸੁਣਨਾ ਬੰਦ ਕਰ ਦਿੰਦੇ ਹਨ ਤਾਂ ਸਿਰਫ ਜ਼ਿੰਦਗੀ ਹੀ ਉਹਨਾਂ ਨੂੰ ਸਿਖਾ ਪਾਉਂਦੀ ਹੈ, ਹੋਰ ਉਹਨਾਂ ਨੂੰ ਕੋਈ ਵੀ ਸਿਖਾ ਨਹੀਂ ਪਾਉਂਦਾ। ਬਟ ਹਿਸ ਮਦਰ ਵਾਜ਼ ਇਨ ਟੀਅਰਸ, ਲੇਕਿਨ ਹਸਨ ਦੀ ਮਦਰ ਜਿਹੜੇ ਸਨ ਉਹ ਰੋ ਪਏ। ਮੈਡਮ ਆਈ ਐਮ ਫੇਲਡ ਐਜ਼ ਅ ਮਦਰ, ਮੈਂ ਫੇਲ ਹੋ ਗਈ ਐਜ਼ ਅ ਮਦਰ, ਮੈਂ ਇੱਕ ਮਾਂ ਦੇ ਰੂਪ ਵਿੱਚ ਅਸਫਲ ਹਾਂ। ਹੀ ਡਜ਼ ਨਾਟ ਲਿਸਨ ਟੂ ਮੀ ਐਟ ਆਲ, ਹਸਨ ਜੋ ਹਸਨ ਵਾਸਤੇ ਹੀ ਯੂਜ਼ ਕੀਤਾ ਹੈ, ਹਸਨ ਉਸ ਆਪਦੀ ਮਦਰ ਦੀ ਗੱਲ ਨਹੀਂ ਸੁਣਦਾ ਸੀ। ਹੀ ਸਪੈਂਡਸ ਆਲ ਨਾਈਟ, ਤਾਂ ਉਸਦੀ ਮਦਰ ਨੇ ਦੱਸਿਆ ਵੀ ਹਸਨ ਜਿਹੜਾ ਹੈ ਉਹ ਸਾਰੀ ਰਾਤ ਬਿਤਾਉਂਦਾ ਹੈ ਲਿਸਨਿੰਗ ਟੂ ਮਿਊਜ਼ਿਕ ਸੁਣਦਾ ਰਹਿੰਦਾ ਹੈ, ਐਂਡ ਚੈਟਿੰਗ ਵਿਦ ਹਿਸ ਫਰੈਂਡਸ, ਤੇ ਆਪਦੇ ਫਰੈਂਡਸ ਦੇ ਨਾਲ ਚੈਟ ਕਰਦਾ ਰਹਿੰਦਾ ਹੈ। ਹੀ ਸਲੀਪਸ ਐਟ 6 in the morning, ਤੇ ਉਹ ਸਵੇਰੇ 6 ਵਜੇ ਜਾ ਕੇ ਜੋ ਹੈ ਉਹ ਸੌਂਦਾ ਹੈ। ਹਾਊ ਕੈਨ ਹੀ ਕੇਮ ਟੂ ਮਾਈ ਕਲਾਸ, ਐਨੀ ਕਲਾਸ, ਤਾਂ ਉਹ ਕਿਸ ਤਰ੍ਹਾਂ ਕੋਈ ਵੀ ਕਲਾਸ ਨੂੰ ਅਟੈਂਡ ਕਰ ਸਕਦਾ ਹੈ। He does not pay any attention to what I say and tells me I repeat the same things always, ਉਹ ਕਦੇ ਵੀ ਮੇਰੀ ਗੱਲ ਦੇ ਪ੍ਰਤੀ, ਮੇਰੀ ਗੱਲ ਵੱਲ ਧਿਆਨ ਨਹੀਂ ਦਿੰਦਾ, ਤੇ ਜਦੋਂ ਵੀ ਉਸ ਨੂੰ ਮੈਂ ਕੁਝ ਕਹਿਨੀ ਹਾਂ ਤਾਂ ਉਹ ਇੱਕੋ ਹੀ ਗੱਲ ਕੀ ਕਹਿੰਦਾ ਹੈ, I say and tells me I repeat the same thing always, ਤਾਂ ਉਸ ਨੂੰ ਮੈਨੂੰ ਕਹਿੰਦਾ ਸੀ ਮੈਂ ਹਮੇਸ਼ਾ ਉਹੀ ਗੱਲ ਦੁਹਰਾਉਂਦੀ ਹਾਂ। The meeting ended in an argument between his parents, ਤਾਂ ਮੀਟਿੰਗ ਜਿਹੜੀ ਬੁਲਾਈ ਗਈ ਸੀ ਪੇਰੈਂਟਸ ਦੇ ਨਾਲ ਸੁਧਾ ਮੂਰਤੀ ਦੀ, ਉਹ ਆਰਗੂਮੈਂਟ ਦੇ ਵਿੱਚ, ਪੇਰੈਂਟਸ ਦੇ ਵਿੱਚ, ਯਾਨੀ ਪੇਰੈਂਟਸ ਦੋਨੋਂ ਆਪਸ ਦੇ ਵਿੱਚ ਹੀ ਉਲਝ ਕੇ ਰਹਿ ਗਏ ਤੇ ਮੀਟਿੰਗ ਜਿਹੜੀ ਹੈ ਉਹ ਖਤਮ ਹੋ ਗਈ। ਹਿਸ ਫਾਦਰ ਸੈਡ ਯੂ ਆਰ ਦ ਮਦਰ, ਤਾਂ ਫਾਦਰ ਨੇ ਕੀ ਕਿਹਾ ਵੀ ਤੂੰ ਮਾਤਾ ਹੈ ਉਸਦੀ ਹਸਨ ਦੀ। ਇਟ ਇਜ਼ ਯੋਰ ਡਿਊਟੀ ਟੂ ਕਰੈਕਟ ਹਿਮ, ਇਹ ਤੇਰੀ ਡਿਊਟੀ ਹੈ ਹਸਨ ਨੂੰ ਠੀਕ ਕਰਨਾ। ਯੂ ਸ਼ੁਡ ਸਪੈਂਡ ਮੋਰ ਟਾਈਮ ਵਿਦ ਹਿਮ, ਤੈਨੂੰ ਹੋਰ ਉਸਦੇ ਨਾਲ ਸਮਾਂ ਬਿਤਾਉਣਾ ਚਾਹੀਦਾ ਹੈ। ਆਈ ਐਮ ਸੋ ਬਿਜ਼ੀ, ਮੈਂ ਬਿਜ਼ੀ ਰਹਿਣਾ ਹਾਂ। ਯੂ ਹੈਵ ਫੇਲਡ, ਤਾਂ ਫਾਦਰ ਨੇ ਵੀ ਮਦਰ ਤੇ ਆਰੋਪ ਲਗਾਤਾ ਵੀ ਮਾਂ ਜਿਹੜੀ ਹੈ ਉਹ ਜ਼ਿੰਦਗੀ ਦੇ ਵਿੱਚ ਉਸ ਨੂੰ ਸੁਧਾਰਨ ਦੇ ਵਿੱਚ ਫੇਲ ਰਹੀ ਹੈ। ਹਿਸ ਮਦਰ ਸੈਡ ਯੂ ਆਰ ਦ ਫਾਦਰ, ਤਾਂ ਮਦਰ ਨੇ ਕੀ ਕਿਹਾ, ਮਦਰ ਨੇ ਕਿਹਾ ਤੁਸੀਂ ਵੀ ਉਸਦੇ ਪਿਤਾ ਹੋ। ਇਟ ਇਜ਼ ਡਿਫਿਕਲਟ ਟੂ ਕੰਟਰੋਲ ਬॉयਜ਼, ਤਾਂ ਮੁੰਡਿਆਂ ਨੂੰ ਕੰਟਰੋਲ ਕਰਨਾ ਬਹੁਤ ਔਖਾ ਹੁੰਦਾ ਹੈ। ਯੂ ਕੈਨ ਸਪੀਕ ਟੂ ਹਿਮ ਲਾਈਕ ਮੈਨ ਟੂ ਮੈਨ, ਬਹੁਤ ਵਧੀਆ ਵਰਡ ਦਿੱਤਾ ਹੈ, ਆਮਨੇ ਸਾਹਮਣੇ, ਮੈਨ ਟੂ ਮੈਨ ਦਾ ਮਤਲਬ ਸਾਹਮਣੇ ਸਾਹਮਣੀ ਗੱਲ ਜਿਹੜੀ ਹੈ, ਫਾਦਰ ਹੋਣ ਦੇ ਨਾਤੇ ਤੁਸੀਂ ਉਸ ਲੜਕੇ ਨਾਲ ਕਰ ਸਕਦੇ ਹੋ। ਅਰਨਿੰਗ ਮਨੀ ਇਜ਼ ਦ ਓਨਲੀ ਥਿੰਗ ਇਨ ਲਾਈਫ, ਪੈਸਾ ਕਮਾਣਾ ਇਜ਼ ਨਾਟ ਦ ਓਨਲੀ ਥਿੰਗ ਇਨ ਲਾਈਫ, ਪੈਸਾ ਕਮਾਣਾ ਸਿਰਫ ਜਿਹੜਾ ਹੈ ਉਹ ਜ਼ਿੰਦਗੀ ਦਾ ਹਿੱਸਾ ਨਹੀਂ ਹੈ, ਜ਼ਿੰਦਗੀ ਦਾ ਮੇਨ ਕੰਮ ਨਹੀਂ ਹੈ। This continued for a while, ਇਹ ਕੰਮ ਥੋੜੀ ਦੇਰ ਚੱਲਦਾ ਰਿਹਾ, and the meeting ended fruitlessly ਮਤਲਬ ਬਿਨਾਂ ਕਿਸੇ ਨਤੀਜੇ ਦੇ। ਹਸਨ continued in his ways till he passed out his course, ਹਸਨ ਦੀਆਂ ਉਹੀ ਆਦਤਾਂ ਰਹੀਆਂ ਤੇ ਉਹ ਕੋਰਸ ਨੂੰ ਪਾਸ ਕਰ ਗਿਆ as usual in first class, ਹਰ ਵਾਰ ਦੀ ਤਰ੍ਹਾਂ ਪਹਿਲੀ ਦਰਜੇ ਦੇ ਵਿੱਚ। He was a nice boy, ਉਹ ਇੱਕ ਬਹੁਤ ਵਧੀਆ ਲੜਕਾ ਸੀ। He came and thanked me, ਉਹ ਆਇਆ ਤੇ ਉਸਨੇ ਮੈਨੂੰ ਧੰਨਵਾਦ ਕਿਹਾ। ਮੈਡਮ ਥੈਂਕ ਯੂ ਫॉर ਟੀਚਿੰਗ ਮੀ ਫॉर द ਲਾਸਟ 3 ਇਅਰਸ, ਤਾਂ ਹਸਨ ਨੇ ਆਪਦੇ ਟੀਚਰ ਨੂੰ ਕਿਹਾ ਮੈਡਮ ਪਿਛਲੇ 3 ਸਾਲਾਂ ਤੋਂ ਮੈਨੂੰ ਪੜਾਉਣ ਲਈ ਤੁਹਾਡਾ ਧੰਨਵਾਦ। ਬਿਕੋਜ਼ ਆਫ ਯੂਰ ਕਾਈਂਡ ਹਾਰਟ, ਤੁਹਾਡੇ ਦਿਆਲੁਤਾ ਕਾਰਨ ਹੀ ਆਈ ਕੁਡ ਗੈਟ ਆਲ ਮਾਈ ਅਟੈਂਡੈਂਸ, ਮੈਂ ਆਪਣੀ ਅਟੈਂਡੈਂਸ ਜਿਹੜੀ ਹੈ, ਹਾਜ਼ਰੀ ਜਿਹੜੀ ਹੈ ਉਹ ਹਾਸਿਲ ਕਰ ਪਾਇਆ, ਪੂਰੀ ਕਰ ਪਾਇਆ। ਆਈ ਵਿਸ਼ ਆਲ ਟੀਚਰਸ ਵਰ ਲਾਈਕ ਯੂ ਇਨ ਦਾ ਕਾਲਜ, ਤਾਂ ਕਹਿੰਦਾ ਮੈਂ ਵਿਸ਼ ਕਰਦਾ ਵੀ ਬਾਕੀ ਅਧਿਆਪਕ ਵੀ ਜਿਹੜੇ ਕਾਲਜ ਦੇ ਵਿੱਚ ਹਨ ਉਹ ਸਾਰੇ ਤੁਹਾਡੇ ਵਰਗੇ ਹੀ ਹੋਣ। ਆਈ ਲਾਫਡ, ਸੁਧਾ ਮੂਰਤੀ ਜੀ ਹੱਸ ਕੇ। ਗੋਡ ਵਿਲਿੰਗ ਵੀ ਵਿਲ ਮੀਟ ਅਗੇਨ, ਰੱਬ ਨੇ ਚਾਹਿਆ ਤਾਂ ਆਪਾਂ ਫਿਰ ਮਿਲਾਂਗੇ। ਬਟ
I did not meet Hassan for a long time and forget all about him. ਤਾਂ ਉਹ ਕਹਿ ਰਿਹਾ ਮੈਂ ਹਸਨ ਨੂੰ ਬਹੁਤ ਲੰਬੇ ਸਮੇਂ ਤੱਕ ਵਾਪਿਸ ਨਹੀਂ ਮਿਲੀ ਐਂਡ ਫੋਰਗੋਟ all about him, ਤੇ ਮੈਂ ਭੁੱਲ ਵੀ ਗਈ ਹਸਨ ਨਾਮ ਦਾ ਕੋਈ ਲੜਕਾ ਮੇਰੇ ਕੋਲ ਪੜਦਾ ਵੀ ਸੀਗਾ। ਈਅਰਸ ਪਾਸਟ, ਸਾਲੋਂ ਬੀਤ ਗਏ। I taught many students, ਬਹੁਤ ਸਾਰੇ ਸਟੂਡੈਂਟਸ ਨੂੰ ਮੈਂ ਹੋਰ ਪੜਾਇਆ। Some of them became very good human being, ਉਹਨਾਂ ਵਿੱਚੋਂ ਬਹੁਤ ਸਾਰੇ ਬਹੁਤ ਸਾਰੇ ਨਹੀਂ ਕੁਝ ਇੱਕ ਲੋਕ ਜਿਹੜੇ ਹੈ ਉਹ ਗੁੱਡ ਹਿਊਮਨ ਬੀਇੰਗ ਬਣ ਗਏ। Some became famous, ਕੁਝ ਮਸ਼ਹੂਰ ਹੋ ਗਏ। Some became rich, ਕੁਝ ਅਮੀਰ ਬਣ ਗਏ। And some remain ordinary, ਤੇ ਕੁਝ ਇੱਕ ਐਸਾ ਦੇ ਵੀ ਸੀ ਜਿਹੜੇ ਬਿਲਕੁਲ ਹੀ ਅਸਧਾਰਨ ਬਣ ਕੇ ਰਹਿ ਗਏ। As far as I was concerned, ਤੇ ਜਿੱਥੋਂ ਤੱਕ ਮੇਰਾ ਸੰਬੰਧ ਸੀ, they were like my children, ਤਾਂ ਮੇਰੇ ਬੱਚਿਆਂ ਵਰਗੇ ਸੀ। Some remember me still, ਕੁਝ ਇੱਕ ਮੈਨੂੰ ਅੱਜ ਵੀ ਯਾਦ ਕਰਦੇ ਸਨ। And send invitation to weddings, ਤਾਂ ਉਹ ਆਪਦੇ ਵਿਆਹ ਦਾ ਜਿਹੜਾ ਹੈ ਇਨਵੀਟੇਸ਼ਨ ਮੈਨੂੰ ਭੇਜਦੇ, ਜਾਂ ਨੇਮਿੰਗ ਸੈਰਾਮਨੀਜ਼ ਆਪਦੇ ਬੱਚਿਆਂ ਦੇ ਨਾਮਕਰਨ ਦਾ, ਹਾਊਸ ਵਾਰਮਿੰਗਸ ਗ੍ਰਹਿ ਪ੍ਰਵੇਸ਼ ਦਾ ਮੈਨੂੰ ਉਹਨਾਂ ਨੇ ਇਨਵੀਟੇਸ਼ਨ ਭੇਜਣਾ। ਇਫ ਆਈ ਐਮ ਇਨ ਟਾਊਨ, ਤੇ ਜੇ ਮੈਂ ਉਸ ਟਾਈਮ ਸ਼ਹਿਰ ਦੇ ਵਿੱਚ ਹੁੰਦੀ, ਆਈ ਡੈਫੀਨੇਟਲੀ ਟਰਾਈ ਐਂਡ ਅਟੈਂਡ, ਤੇ ਮੈਂ ਪੱਕੀ ਕੋਸ਼ਿਸ਼ ਕਰਦੀ ਵੀ ਮੈਂ ਉਸ ਫੰਕਸ਼ਨ ਨੂੰ ਅਟੈਂਡ ਕਰਾਂ। ਬਿਕੋਜ਼ ਫॉर ਮੀ देयर ਇਮੈਂਸ ਲਵ ਇਜ਼ ਮਾਈ ਸਟਰੈਂਥ, ਕਿਉਂਕਿ ਮੇਰੇ ਵਾਸਤੇ ਹੀ ਉਹਨਾਂ ਦਾ ਪਿਆਰ ਜਿਹੜੀ ਸੀ ਉਹ ਮੇਰੀ ਸਭ ਤੋਂ ਵੱਡੀ ਤਾਕਤ ਸੀ। One Monday morning, ਇੱਕ ਸੋਮਵਾਰ ਦੀ ਸਵੇਰ ਨੂੰ, my secretary told me that a person wanting to sell the latest software in high school teaching wanted to meet me. ਤਾਂ ਇੱਕ ਮੰਡੇ ਮਾਰਨਿੰਗ ਨੂੰ ਮੇਰੀ ਸੈਕਟਰੀ ਨੇ ਮੈਨੂੰ ਦੱਸਿਆ ਵੀ ਇੱਕ ਪਰਸਨ ਹੈ ਜੋ ਸੌਫਟਵੇਅਰ ਸੈਲ ਕਰਦਾ ਹੈ ਹਾਈ ਸਕੂਲ ਦੀ ਟੀਚਿੰਗ ਵਾਸਤੇ, ਉਹ ਮੈਨੂੰ ਮਿਲਣਾ ਚਾਹੁੰਦਾ ਹੈ। I was extremely busy, ਮੈਂ ਬਹੁਤ ਜ਼ਿਆਦਾ ਬਿਜ਼ੀ ਸੀ। and the piles of unanswered letters, ਤਾਂ ਬਿਜ਼ੀ ਬਹੁਤ ਜ਼ਿਆਦਾ ਹੋਣ ਕਰਕੇ ਬਹੁਤ ਸਾਰੀਆਂ ਚਿੱਠੀਆਂ ਜਿਨ੍ਹਾਂ ਦਾ ਮੈਂ ਜਵਾਬ ਨਹੀਂ ਦੇ ਪਾਈ ਸੀ, ਉਹਨਾਂ ਦਾ ਢੇਰ ਲੱਗਿਆ ਹੋਇਆ ਸੀ। ਪਾਇਲ ਢੇਰ ਨੂੰ ਬੋਲਦੇ ਆ। were looking at me, ਉਹ ਚਿੱਠੀਆਂ ਮੇਰੇ ਵੱਲ ਦੇਖ ਰਹੀਆਂ ਸਨ, accusingly, ਬਲੇਮ ਕਰਦੇ ਹੋਏ। I had no time to talk to a sales person, ਮੇਰੇ ਕੋਲ ਸਮਾਂ ਨਹੀਂ ਸੀ ਵੀ ਮੈਂ ਇੱਕ ਸੇਲਸ ਪਰਸਨ ਨਾਲ ਗੱਲ ਕਰਾਂ। so I told her, ਇਸ ਕਰਕੇ ਮੈਂ ਆਪਦੀ ਸੈਕਟਰੀ ਨੂੰ ਕਿਹਾ, he can meet someone else, ਵੀ ਪਰਸਨ ਜੋ ਆਇਆ ਹੈ ਉਹ ਕਿਸੇ ਹੋਰ ਨੂੰ ਮਿਲ ਲਵੇ। I do not have time, ਮੇਰੇ ਕੋਲ ਸਮਾਂ ਨਹੀਂ ਹੈ। but my secretary said he was insisting ਮਤਲਬ ਜ਼ੋਰ ਦੇਣਾ, ਲੇਕਿਨ ਮੇਰੀ ਸੈਕਟਰੀ ਨੇ ਮੈਨੂੰ ਦੱਸਿਆ ਵੀ ਜੋ ਪਰਸਨ ਆਇਆ ਹੈ ਉਹ ਜ਼ੋਰ ਦੇ ਰਿਹਾ, he wanted to meet only me, ਉਹ ਸਿਰਫ ਮੈਨੂੰ ਹੀ ਮਿਲਣਾ ਚਾਹੁੰਦਾ ਹੈ। and that was my student, ਤੇ ਉਸਨੇ ਇਹ ਦੱਸਿਆ ਵੀ ਉਹ ਮੇਰਾ ਸਟੂਡੈਂਟ ਹੈ। she knew how fond I was of my all students, ਤਾਂ ਮੇਰੀ ਸੈਕਟਰੀ ਜਾਣਦੀ ਸੀ ਵੀ ਮੈਂ ਆਪਦੇ ਸਟੂਡੈਂਟਸ ਦੇ ਪ੍ਰਤੀ ਕਿੰਨਾ fond of ਸੀ, ਮਤਲਬ ਉਹਨਾਂ ਦੀ ਕਿੰਨੀ ਸ਼ੌਕੀਨ ਸੀ, ਪਿਆਰ ਕਰਦੀ ਸੀ। so she had not been able to say no to him, ਇਸ ਕਰਕੇ ਮੈਂ ਉਸਨੂੰ ਨਾ ਨਹੀਂ ਕਰ ਪਾਈ। in that case let him see me ਮਤਲਬ ਮਿਲਣਾ at 2 PM, कहते ठीक है, अगर अजिही हालत है तो उसਨੂੰ कह ਦਿਓ ਵੀ ਮੈਨੂੰ 2 ਵਜੇ ਮਿਲ ਲਵੇ। in the afternoon a man of about 35 years, दोपहर ਦੇ ਸਮੇਂ ਇੱਕ ਆਦਮੀ ਜੋ ਕਿ ਲਗਭਗ 35 ਕੁ ਸਾਲ ਦਾ ਸੀ, ਪਲਮ ਮੋਟਾ ਸੀ, with a bald head, ਉਸਦੇ ਸਿਰ ਤੇ ਵਾਲ ਨਹੀਂ ਸਨ, and moderately, ਅਤੇ ਉਸਨੇ ਜਿਹੜੇ ਹੈ ਸਧਾਰਨ ਜਿਹੇ ਕੱਪੜੇ ਪਾਏ ਹੋਏ ਸਨ, was waiting for me in the office, ਉਹ ਮੇਰਾ ਇੰਤਜ਼ਾਰ ਕਰ ਰਿਹਾ ਸੀ ਆਫਿਸ ਦੇ ਵਿੱਚ। in his hand was the CD with the software, ਉਸਦੇ ਹੱਥ ਦੇ ਵਿੱਚ ਇੱਕ ਸੌਫਟਵੇਅਰ ਦੀ CD ਸੀ। I could not place him ਮਤਲਬ ਰਿਕੋਗਨਾਈਜ਼, ਪਹਿਚਾਨਣਾ, ਤਾਂ ਮੈਂ ਉਸਨੂੰ ਪਹਿਚਾਨ ਨਹੀਂ ਪਈ। though he seemed familiar, ਭਾਵੇਂ ਉਹ ਦੇਖਣ ਦੇ ਵਿੱਚ ਮੈਨੂੰ ਫੈਮਿਲੀਅਰ ਮਤਲਬ ਜਾਣ ਪਹਿਚਾਨ ਵਾਲਾ ਲੱਗ ਰਿਹਾ ਸੀ। he smiled at me, ਉਹ ਮੇਰੇ ਤੇ ਹੱਸਿਆ, and said madam can you recognize me, ਕੀ ਤੁਸੀਂ ਮੈਨੂੰ ਪਹਿਚਾਨਿਆ? you may not, ਸ਼ਾਇਦ ਤੁਸੀਂ ਮੈਨੂੰ ਨਹੀਂ ਪਹਿਚਾਨ ਪਾਏ। because how can you remember all your students, ਲੇਕਿਨ ਉਸਨੇ ਕਿਹਾ ਕਿਉਂਕਿ ਤੁਸੀਂ ਕਿੱਦਾਂ ਆਪਦੇ ਹਰ ਇੱਕ ਸਟੂਡੈਂਟ ਨੂੰ ਯਾਦ ਰੱਖ ਸਕਦੇ ਹੋ। from a window, ਇੱਕ ਖਿੜਕੀ ਦੇ ਵਿੱਚੋਂ, you can see the outside world, ਤੁਸੀਂ ਖਿੜਕੀ ਦੇ ਵਿੱਚੋਂ ਬਾਹਰਲੀ ਦੁਨੀਆ ਨੂੰ ਦੇਖ ਸਕਦੇ ਹੋ। but from the outside, ਲੇਕਿਨ ਬਾਹਰ ਤੋਂ, you cannot see all that is inside, ਲੇਕਿਨ ਤੁਸੀਂ ਅੰਦਰ ਦੇ ਵਾਲੇ ਪਾਸੇ ਨੂੰ ਨਹੀਂ ਦੇਖ ਸਕਦੇ। ਇਹ ਹੈ ਬੇਟਾ ਫਸਟ ਪਾਰਟ ਆਪਣੀ ਇਸ ਵੀਡੀਓ ਦਾ। we will cover the next chapter in the part 2. thank you.